ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਮਾਈ YouTube ਚੈਨਲ ਜਿਹਦਾ ਨਾਮ ਹੈ ਅਮਨ ਜਸ ਵਲੌਗਸ। ਤੇ ਅਸੀਂ ਆ ਗਏ ਨਵੇਂ ਵਲੌਗ ਦੇ ਨਾਲ। ਤੇ ਤੁਸੀਂ ਸਾਡੇ ਪਿੱਛੇ ਕੁਝ ਦੇਖ ਰਹੇ ਹੋਣੇ ਹੋ, ਤੁਸੀਂ ਟਾਈਟਲ ਵੀ ਪੜ੍ਹ ਲਿਆਣਾ ਹੈ। ਦੱਸੋ ਜੀ। ਅਸੀਂ ਅੱਜ ਉਸ ਇਤਿਹਾਸਿਕ ਹੀ ਜਗ੍ਹਾ ਕਹਿ ਸਕਦੇ ਆਪਾਂ, ਹੈ ਨਾ, ਇਤਿਹਾਸਿਕ ਹੀ ਕਹਾਂਗੇ ਕਿਉਂਕਿ ਇਤਿਹਾਸ ਦੇ ਨਾਲ ਹੀ ਜੁੜੀ ਹੋਈ ਆ। ਉਸ ਹਵੇਲੀ ਨੂੰ ਦੇਖਣ ਆ ਚੁੱਕੇ ਆ ਜਿਹੜੀ ਕਿ ਦੀਵਾਨ ਟੋਡਰ ਮੱਲ ਜੀ ਦੀ ਆ। ਬਾਕੀ ਦੀ ਜਿੰਨੀ ਵੀ ਹਿਸਟਰੀ ਆ ਉਹ ਮੈਂ ਤੁਹਾਨੂੰ ਨਾਲ ਨਾਲ ਦੱਸੂਗੀ ਅੰਦਰ ਜਾ ਕੇ। ਫਿਲਹਾਲ ਆਪਾਂ ਤੁਹਾਨੂੰ ਬਾਹਰੋਂ ਇੱਕ ਆਊਟਲੁੱਕ ਦਿਖਾ ਰਹੇ ਹਾਂ। ਔਰ ਵੈਸੇ ਵੀ ਇਹ ਅੰਡਰ ਕੰਸਟਰਕਸ਼ਨ ਹੋ ਗਈ ਆ ਹੁਣ, ਕਿਉਂਕਿ ਇਹ ਮੈਨੂੰ ਲੱਗਦਾ ਕਮੇਟੀ ਨੇ ਆਪਣੇ ਅੰਡਰ ਲੈ ਲਈ ਹੋਈ ਆ। ਔਰ ਇਹਦੀ ਹੁਣ ਮੁਰੰਮਤ ਹੋਣੀ ਸਟਾਰਟ ਹੋ ਗਈ ਹੈ, ਕਿਉਂਕਿ ਬਹੁਤ ਜ਼ਿਆਦਾ ਪੁਰਾਣੀ ਹੋਣ ਕਰਕੇ ਇਹਦੇ ਮਤਲਬ ਟੁੱਟਣਾ ਵੀ ਸ਼ੁਰੂ ਹੋ ਗਈ ਹੋਣੀ ਹੈ ਨਾ, ਉਸ ਕਰਕੇ ਇਹਨਾਂ ਨੇ ਆਪਣੇ ਅੰਡਰ ਲੈ ਲਈ ਆ। ਬਾਕੀ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ, ਫਿਰ ਦੱਸਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਵੀ ਇਸ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਜੇ ਤੁਸੀਂ ਐਂਡ ਤੱਕ ਦੇਖੋਗੇ ਤੁਹਾਨੂੰ ਤਾਂ ਹੀ ਪ੍ਰੋਪਰ ਪਤਾ ਲੱਗੂਗਾ। ਔਰ ਸਪੈਸ਼ਲੀ ਬੱਚਿਆਂ ਵਾਸਤੇ ਹੈ ਜਿਹੜੇ ਸਾਡੇ ਵਿਰਸੇ ਨੂੰ ਭੁੱਲਦੇ ਜਾ ਰਹੇ ਆ। ਔਰ ਬਹੁਤ ਹੀ ਇਨਫੋਰਮੇਟਿਵ ਵਲੌਗ ਹੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸੂੰਗੀ ਵੀ ਦੀਵਾਨ ਟੋਡਰ ਮੱਲ ਜੀ ਹੈ ਕੌਣ ਸੀ। ਵੈਸੇ ਤਾਂ ਜਿਹੜੇ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਉਹਨਾਂ ਲੋਕਾਂ ਨੂੰ ਪਤਾ ਵੀ ਹੈ, ਲੇਕਿਨ ਬਹੁਤ ਸਾਰੇ ਅੱਜ ਕੱਲ੍ਹ ਦੇ ਬੱਚੇ ਜਾਂ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਨ੍ਹਾਂ ਨੂੰ ਦੀਵਾਨ ਟੋਡਰ ਮੱਲ ਜੀ ਬਾਰੇ ਪਤਾ ਹੀ ਨਹੀਂ ਹੈ। ਦੀਵਾਨ ਟੋਡਰ ਮੱਲ ਜੀ ਉਹ ਨੇ ਜਿਨ੍ਹਾਂ ਨੇ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਦਿੱਤੀ ਗਈ ਸੀ ਔਰ ਮਾਤਾ ਗੁਜਰ ਕੌਰ ਜੀ ਸੀਗੇ, ਤਾਂ ਉਸ ਟਾਈਮ ਮੁਗਲ ਜਿਹੜੇ ਸੀਗੇ ਉਹਨਾਂ ਨੇ ਨਾ ਮਨਾ ਕਰਤਾ ਸੀਗਾ ਉਹਨਾਂ ਦਾ ਸੰਸਕਾਰ ਕਰਨ ਦੇ ਲਈ। ਪਰ ਦੀਵਾਨ ਟੋਡਰ ਮੱਲ ਜੀ ਉਹ ਸੀਗੇ ਜਿਨ੍ਹਾਂ ਨੇ ਉਸ ਟਾਈਮ 'ਤੇ ਜ਼ਮੀਨ ਖਰੀਦ ਕੇ ਆਪਣੀ ਸਾਰੀ ਜ਼ਿੰਦਗੀ ਦੀ ਮਿਹਨਤ ਦੀ ਕਮਾਈ ਉਸ ਜ਼ਮੀਨ 'ਤੇ ਲਾ ਕੇ ਉਹ ਜ਼ਮੀਨ ਖਰੀਦ ਕੇ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਸੀ। ਅਤੇ ਉਹ ਜ਼ਮੀਨ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਸੀਗਾ ਉਹ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ। ਉਸ ਜ਼ਮੀਨ ਦਾ ਰੇਟ ਜੇ ਅੱਜ ਦੀ ਡੇਟ ਦੇ ਵਿੱਚ ਮੈਂ ਦੇਖਾਂ ਤਾਂ ਮੈਂ ਵੀ ਪੜ੍ਹਿਆ ਹੀ ਆ, ਮੈਨੂੰ ਵੀ ਐਗਜ਼ੈਕਟ ਨਹੀਂ ਪਤਾ ਹੈਗਾ, ਸੋ ਜੇ ਭੁੱਲ ਚੁੱਕ ਹੋਵੇ ਤਾਂ ਮਾफ़ ਕਰਿਓ। ਪਰ ਜਿੰਨੀ ਕੁ ਨੌਲੇਜ ਮੈਨੂੰ ਹੈਗੀ ਆ ਮੈਂ ਤੁਹਾਡੇ ਨਾਲ ਉਹ ਸ਼ੇਅਰ ਜ਼ਰੂਰ ਕਰਨਾ ਚਾਹੂੰਗੀ। ਉਸ ਜ਼ਮੀਨ ਦਾ ਰੇਟ ਅੱਜ ਦੀ ਡੇਟ ਦੇ ਵਿੱਚ 2.5 ਬਿਲੀਅਨ ਯਾਨੀ ਕਿ 2 ਅਰਬ 50 ਕਰੋੜ ਰੁਪਏ ਹੈ। ਅਤੇ ਉਸ ਟਾਈਮ ਦੇ ਵਿੱਚ ਉਹਨਾਂ ਨੇ 78,000 ਮੋਹਰਾਂ ਸਿੱਧੀਆਂ ਖੜੀਆਂ ਕਰਕੇ ਉਸ ਜ਼ਮੀਨ ਨੂੰ ਖਰੀਦਿਆ ਸੀ। ਉਸ ਟਾਈਮ ਦੇ ਵਿੱਚ ਨਾ ਲੋਕਾਂ ਦੇ ਕੋਲ ਨਾ ਇੱਕ ਸੋਨੇ ਦੀ ਮੋਹਰ ਵੀ ਹੋਣਾ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ। ਪਰ ਜਿਹੜੇ ਦੀਵਾਨ ਟੋਡਰ ਮੱਲ ਜੀ ਸੀਗੇ ਉਹਨਾਂ ਨੇ 78,000 ਸਿੱਧੀਆਂ ਮੋਹਰਾਂ ਖੜੀਆਂ ਕਰਕੇ ਉਸ ਜ਼ਮੀਨ ਨੂੰ ਖਰੀਦਿਆ ਸੀ। ਉਸ ਟਾਈਮ ਦੇ ਉੱਤੇ ਜਿਹੜੇ ਮੁਗਲ ਰਾਜੇ ਸੀਗੇ ਉਹਨਾਂ ਨੇ ਸਾਰੀਆਂ ਜ਼ਮੀਨਾਂ ਜਿੰਨੀਆਂ ਵੀ ਮੁਗਲ ਦੀਆਂ ਜ਼ਮੀਨਾਂ ਸੀਗੀਆਂ ਉਹਨਾਂ ਨੇ ਬਿਲਕੁਲ ਮਨਾ ਕਰ ਦਿੱਤਾ ਸੀਗਾ ਵੀ ਇੱਥੇ ਸੰਸਕਾਰ ਨਹੀਂ ਕਰਨ ਦਿੱਤਾ ਜਾਊਗਾ। ਪਰ ਜਿਹੜੇ ਦੀਵਾਨ ਟੋਡਰ ਮੱਲ ਜੀ ਸੀਗੇ ਇਹ ਜੋਬ ਤਾਂ ਮੁਗਲਾਂ ਕੋਲ ਕਰਦੇ ਸੀ, ਪਰ ਫਿਰ ਵੀ ਗੁਰੂਆਂ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਸ਼ਰਧਾ ਭਾਵਨਾ ਰੱਖਦੇ ਸੀਗੇ। ਅਤੇ ਉਸੇ ਚੱਕਰ ਦੇ ਵਿੱਚ ਉਹਨਾਂ ਨੇ ਇਹ ਪ੍ਰਣ ਲਿਆ ਵੀ ਨਹੀਂ, ਮੈਂ ਇਸ ਚੀਜ਼ ਨੂੰ ਪੂਰਾ ਕਰੂੰਗਾ, ਮੈਂ ਇਸ ਜ਼ਮੀਨ ਨੂੰ ਖਰੀਦੂੰਗਾ ਅਤੇ ਬੱਚਿਆਂ ਦਾ ਸੰਸਕਾਰ ਕਰੂੰਗਾ। ਤੁਸੀਂ ਮੇਰੇ ਇਸ ਸਾਈਡ ਦੇਖ ਸਕਦੇ ਹੋ, ਤੁਸੀਂ ਕੈਮਰਾ ਇਸ ਸਾਈਡ ਦਿਖਾਓ। ਇਸ ਸਾਈਡ ਨਾ ਬੇਸਮੈਂਟ ਦੇ ਰੂਮਸ ਹੈ, ਮਤਲਬ ਰੂਮਸ ਦਾ ਨੀਚੇ ਹੈ ਲੇਕਿਨ ਬੇਸਮੈਂਟ ਦੇ ਰੂਮਸ ਦੀਆਂ ਦੀਵਾਰਾਂ ਵਗੈਰਾ ਹੈਗੀਆਂ ਆ ਜਿਹੜੀਆਂ ਟੁੱਟ ਚੁੱਕੀਆਂ। ਔਰ ਜੇ ਆਪਾਂ ਉਸ ਸਾਈਡ ਦੇਖੀਏ ਉਸ ਸਾਈਡ ਵਾਸ਼ਰੂਮਸ ਬਣੇ ਹੋਏ ਆ ਜਿਹੜੇ ਪੁਰਾਣੇ ਟਾਈਮ ਦੇ ਸੀਗੇ। ਔਰ ਇੱਥੇ ਪੌੜੀਆਂ ਵੀ ਹੈਗੀਆਂ, ਜਿੱਦਾਂ ਫਸਟ ਫਲੋਰ 'ਤੇ ਜਾਂਦੇ ਹੁੰਦੇ ਸੀਗੇ ਨਾ, ਤਾਂ ਉਹਦੀਆਂ ਇੱਕ ਪੌੜੀਆਂ ਦੂਸਰੀ ਸਾਈਡ ਤੋਂ ਬਣੀਆਂ ਹੋਈਆਂ ਸੀ, ਪਤਲੀਆਂ ਪਤਲੀਆਂ ਇੱਟਾਂ ਦੀ ਬਣੀ ਹੋਈ ਆ ਇਹ। ਔਰ ਉਹ ਪੌੜੀਆਂ ਫਿਲਹਾਲ ਤਾਂ ਢਹਿ ਚੁੱਕੀਆਂ ਆ, ਪਰ ਫਿਰ ਵੀ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਔਰ ਜੇ ਤੁਸੀਂ ਡੀਪਲੀ ਇਹਨੂੰ ਜ਼ੂਮ ਕਰਕੇ ਦੇਖੋਗੇ ਨਾ ਤਾਂ ਵਿੱਚ ਛੋਟੇ ਛੋਟੇ ਦਰਵਾਜ਼ੇ ਆ ਉਹ ਰੂਮਸ ਤੱਕ ਪਹੁੰਚਣ ਦੇ ਲਈ ਜਾਂ ਨੀਚੇ ਜਾਣ ਦੇ ਲਈ।
ਇਸ ਸਾਈਡ ਪ੍ਰੋਪਰ ਹਵੇਲੀ ਹੈ ਜਿੱਥੇ ਟੋਡਰਮਲ ਜੀ ਰਹਿੰਦੇ ਸੀਗੇ। ਇਸ ਹਵੇਲੀ ਨੂੰ ਤੁਸੀਂ ਦੇਖ ਕੇ ਤੁਹਾਨੂੰ ਵੈਸੇ ਵੀ ਪਤਾ ਲੱਗਦਾ ਹੋਊਗਾ ਇਹਦੀ ਸ਼ੇਪ ਕੁਝ ਅਲੱਗ ਤਰ੍ਹਾਂ ਦੀ ਹੈ, ਨਾਰਮਲ ਹਵੇਲੀਆਂ ਨਾਲੋਂ ਅਲੱਗ ਹੈ। ਉਹੀ ਅਲੱਗ ਹੋਣ ਦੇ ਕਾਰਨ ਇਸ ਨੂੰ ਜਹਾਜ਼ ਹਵੇਲੀ ਦਾ ਨਾਮ ਵੀ ਦਿੱਤਾ ਗਿਆ, ਕਿਉਂਕਿ ਇਹਦੀ ਜਿਹੜੀ ਬਣਤਰ ਹੈ ਉਹ ਜਿੱਦਾਂ ਸ਼ਿਪ ਹੁੰਦੀ ਹੈ ਨਾ, ਪਾਣੀ 'ਚ ਚੱਲਣ ਵਾਲੀ ਸ਼ਿਪ ਹੈ, ਉਸ ਤਰੀਕੇ ਦੀ ਬਣੀ ਹੋਈ ਹੈ, ਕਿਉਂਕਿ ਪੁਰਾਣੇ ਟਾਈਮ ਦੀ ਬਣੀ ਹੋਈ ਹੈ। ਔਰ ਇਹ 2 ਮੰਜ਼ਿਲਾ ਹਵੇਲੀ ਹੈ। ਨੀਚੇ ਵਾਲਾ ਜਿਹੜਾ ਹੈਗਾ ਆ ਉਹ ਫਰਸਟ ਫਲੋਰ ਆ ਤੇ ਉੱਪਰ ਵਾਲਾ ਸੈਕਿੰਡ ਫਲੋਰ ਆ। ਉੱਪਰ ਤਾਂ ਨਹੀਂ ਜਾਣ ਦਿੱਤਾ ਜਾਂਦਾ ਕਿਉਂਕਿ ਆਈ ਥਿੰਕ ਵਿੱਚੋਂ ਦੀ ਸਾਰਾ ਟੁੱਟ ਚੁੱਕਿਆ ਆ ਔਰ ਜਾਣਾ ਖਤਰੇ ਤੋਂ ਖਾਲੀ ਵੀ ਨਹੀਂ ਆ, ਕਿਉਂਕਿ ਕਾਫੀ ਜ਼ਿਆਦਾ ਕੱਚੀ ਹੋ ਚੁੱਕੀ ਹੈ। ਇਸੇ ਕਰਕੇ ਇਹਨੂੰ ਹੁਣ ਪ੍ਰੀਜ਼ਰਵ ਕੀਤਾ ਜਾ ਰਿਹਾ। ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਆਪਣਾ ਪੁਰਾਤਨ ਵਿਭਾਗ ਹੈ ਜਿਹਨੇ ਇਸ ਦੀ ਸਾਰੀ ਹੁਣ ਕਸਟਡੀ ਆਪਣੇ ਅੰਡਰ ਲੈ ਲਈ ਆ, ਉਹ ਇਹਨੂੰ ਇੰਨਾ ਕੁ ਜ਼ਿਆਦਾ ਸੋਹਣਾ ਬਣਾ ਦੇਣਗੇ ਕਿ ਇਹ ਅਗਲੇ ਕਈ ਸਾਲਾਂ ਤੱਕ ਚੱਲੂਗੀ ਔਰ ਲੋਕਾਂ ਨੂੰ ਪ੍ਰੋਪਰ ਅੰਦਰ ਜਾ ਕੇ ਵੀ ਦੇਖਣ ਨੂੰ ਮਿਲੂਗਾ ਇਹਦੇ ਵਿੱਚ। ਬੈਕ ਸਾਈਡ ਤੇ ਦੇਖ ਸਕਦੇ ਹੋ, ਇਹ ਹਵੇਲੀ ਦੀ ਬੈਕ ਸਾਈਡ ਤੇ ਇਸ ਟਾਈਮ ਤੇ ਮੈਂ ਖੜੀ ਹਾਂ ਔਰ ਮੇਰੇ ਜਿਹੜੇ ਇਸ ਸਾਈਡ ਤੇ ਰੂਮ ਹੈ, ਲੈਫਟ ਸਾਈਡ ਤੇ ਰੂਮ ਹੈ, ਇੱਕ ਕਿਚਨ ਸਟੋਰ ਆ। ਆਈ ਥਿੰਕ ਇੱਥੇ ਸਾਰਾ ਜੋ ਕਿਚਨ ਦਾ ਸਮਾਨ ਹੋਊਗਾ ਉਸ ਟਾਈਮ ਦੇ ਉੱਤੇ ਉਹ ਇੱਥੇ ਰੱਖਦੇ ਹੋਣਗੇ ਉਹ। ਔਰ ਆਪਾਂ ਜੇ ਅੰਦਰ ਨੂੰ ਹੋਰ ਜਾਈਏ ਤਾਂ ਇੱਕ ਚੀਜ਼ ਮੈਂ ਇੱਥੇ ਫੀਲ ਕਰ ਰਹੀ ਹਾਂ, ਠੰਡਕ ਬਹੁਤ ਹੀ ਜ਼ਿਆਦਾ ਆ। ਪੁਰਾਣੇ ਟਾਈਮ ਦੇ ਵਿੱਚ ਏਸੀ ਕੂਲਰ ਕੁਛ ਨਹੀਂ ਹੁੰਦੇ ਸੀਗੇ, ਪਰ ਇਹਨਾਂ ਦੀ ਬਣਤਰ ਹੀ ਇੰਨੀ ਸੋਹਣੀ ਆ, ਇੰਨੇ ਪ੍ਰੋਪਰ ਤਰੀਕੇ ਨਾਲ ਬਣਾਈ ਹੋਈ ਹੈ ਕਿ ਸਾਨੂੰ ਠੰਡਕ ਫੀਲ ਹੋ ਰਹੀ ਹੈ। ਸੋ ਹੁਣ ਆਪਾਂ ਇਸ ਸਾਈਡ ਚੱਲਦੇ ਹਾਂ। ਮੇਰੇ ਰਾਈਟ ਸਾਈਡ ਹੈ ਇਹ, ਆ ਜਾਓ ਇਸ ਸਾਈਡ ਆ ਗਏ। ਇੱਥੇ ਆਈ ਥਿੰਕ ਚੁੱਲ੍ਹਾ ਹੋਊਗਾ ਇਸ ਸਾਈਡ ਤੇ। ਇਹਨਾਂ ਨੇ ਕਲੇ ਓਵਨ ਲਿਖਿਆ ਹੋਇਆ, ਆਈ ਥਿੰਕ ਇਹਨੂੰ ਬੰਦ ਕਰ ਦਿੱਤਾ ਹੋਇਆ ਤੇ ਇਹਨੂੰ ਪਾਣੀ ਦਾ ਹੌਜ਼ ਜਿਹੜਾ ਹੈ ਨਾ, ਔਰ ਇਹ ਪੁਰਾਣੇ ਟਾਈਮ ਦੇ ਤੁਸੀਂ ਉੱਪਰ ਦੇਖ ਸਕਦੇ ਹੋ ਚਿਮਨੀ ਹੈ, ਜਿੱਦਾਂ ਆਪਾਂ ਹੁਣ ਲਾਉਂਦੇ ਆ ਉਸ ਟਾਈਮ ਦੀ ਇੱਦਾਂ ਦੀ ਚਿਮਨੀ ਹੁੰਦੀ ਸੀ। ਇੱਥੇ ਕਿਚਨ, ਇੱਕ ਆਪਾਂ ਇਹਨੂੰ ਕਿਚਨ ਹੀ ਬੋਲ ਸਕਦੇ ਹਾਂ ਪ੍ਰੋਪਰ, ਹੈ ਨਾ, ਕਿ ਕਿਚਨ ਦੀਆਂ ਜਗ੍ਹਾਵਾਂ ਆ ਵੀ ਇੱਥੇ ਚੁੱਲ੍ਹਾ ਬਲਦਾ ਸੀਗਾ, ਇੱਥੇ ਖਾਣਾ ਬਣਦਾ ਸੀਗਾ ਤੇ ਨਾਲ ਹੀ ਇਸ ਸਾਈਡ ਤੇ ਜਿਹੜਾ ਹੈਗਾ ਆ ਉਹ ਪਾਣੀ ਸਟੋਰੇਜ ਹੁੰਦਾ ਹੋਣਾ ਆ ਜਿੱਥੋਂ ਪਾਣੀ ਲਿਆ ਜਾਂਦਾ ਹੋਊਗਾ। ਇਹ ਛੋਟੀਆਂ ਛੋਟੀਆਂ, ਇੱਕ ਇਸ ਸਾਈਡ ਹੈ, ਇੱਕ ਹਵੇਲੀ ਦੀ ਬਾਹਰ ਵਾਲੀ ਸਾਈਡ, ਬੈਕ ਸਾਈਡ ਦੀ ਹਵੇਲੀ ਦੀ ਬਾਹਰ ਵਾਲੀ ਸਾਈਡ ਵੀ ਐਦਾਂ ਦਾ ਪਾਣੀ ਦਾ ਹੌਜ਼ ਬਣਿਆ ਹੋਇਆ। ਤੇ ਜਿਹੜਾ ਇਹ ਸਾਈਡ ਆ ਇਹ ਕਿਚਨ ਹੈ, ਪ੍ਰੋਪਰ ਜਿਹੜੀ ਕਿਚਨ ਹੈ ਉਹ ਹੈ। ਔਰ ਇੱਧਰ ਤੁਸੀਂ ਅੰਦਰ ਆਓਗੇ, ਇਸ ਸਾਈਡ ਕਿਚਨ ਦੀ ਅਲਮਾਰੀ ਬਣੀ ਹੋਈ ਹੈ ਜਿੱਥੇ ਆਈ ਥਿੰਕ ਸਮਾਨ ਰੱਖਦੇ ਹੋਣਗੇ ਇੱਥੇ ਵੀ, ਤੇ ਆਹ ਪ੍ਰੋਪਰ ਕਿਚਨ ਬਣੀ ਹੋਈ ਹੈ। ਕਿੰਨੀ ਬਿਊਟੀਫੁਲ ਤਰੀਕੇ ਦੇ ਨਾਲ ਬਣਾਈ ਹੋਈ ਹੈ। ਔਰ ਇਸ ਸਾਈਡ ਤੇ ਤੁਸੀਂ ਦੇਖ ਸਕਦੇ ਹੋ, ਆਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਡਰੇਨ ਪਾਈਪ ਆ, ਇੱਥੋਂ ਪਾਣੀ ਦਾ ਨਿਕਾਸ ਹੁੰਦਾ ਹੋਊਗਾ। ਔਰ ਛੋਟੇ ਛੋਟੇ ਆਲੇ ਬਣੇ ਹੋਏ ਆ, ਪੁਰਾਣੇ ਟਾਈਮ ਤੇ ਇਹਨਾਂ ਨੂੰ ਆਲੇ ਕਹਿ ਦਿੰਦੇ ਹੁੰਦੇ ਸੀਗੇ। ਉਸ ਟਾਈਮ ਦੇ ਉੱਤੇ ਲਾਈਟ ਵੀ ਪ੍ਰੋਪਰ ਨਹੀਂ ਹੁੰਦੀ ਸੀਗੀ ਤਾਂ ਲੋਕੀ ਦੀਵੇ ਹੀ ਬਾਲਦੇ ਸੀਗੇ ਜਾਂ ਫਿਰ ਜਿਹੜੀਆਂ ਲਾਲਟੀਨਸ ਹੁੰਦੀਆਂ ਆ ਉਹ ਬਾਲਦੇ ਸੀਗੇ। ਤਾਂ ਉਹ ਇਹਨਾਂ ਜਗ੍ਹਾਵਾਂ ਦੇ ਵਿੱਚ ਜਿਹੜੇ ਇਹ ਆ ਆਲੇ ਆ, ਇਹਨਾਂ ਦੇ ਵਿੱਚ ਰੱਖੀ ਜਾਂਦੀ ਸੀ। ਜੇ ਮੈਂ ਕਿਤੇ ਗਲਤ ਹੋਵਾਂ ਤਾਂ ਮੈਨੂੰ ਮਾਫ ਕਰਿਓ। ਤੇ ਇੱਕ ਚੀਜ਼ ਤੁਸੀਂ ਹੋਰ ਦੇਖ ਸਕਦੇ ਹੋ, ਇਹ ਇੱਧਰ ਦੇਖੋ, ਦਰਵਾਜ਼ੇ ਛੋਟੇ ਛੋਟੇ ਆ, ਮਤਲਬ ਜ਼ਿਆਦਾ ਵੱਡੇ ਦਰਵਾਜ਼ੇ ਨਹੀਂ ਹੈਗੇ ਇੱਥੇ। ਔਰ ਜਿਹੜੀ ਇਹਨਾਂ ਦੀਆਂ ਕੰਧਾਂ ਆ ਪ੍ਰੋਪਰ, ਪੂਰੀ ਜਿਹੜੀ ਹਵੇਲੀ ਦੀ ਕੰਧ ਹੈ ਉਹ ਮੈਨੂੰ ਲੱਗਦਾ ਐਟਲੀਸਟ ਇੰਨੀ ਮੋਟੀ ਆ, ਸ਼ਾਇਦ ਡਬਲ ਔਰ ਟ੍ਰਿਪਲ ਜਿਹੜੀ ਪਤਲੀ ਵਾਲੀ ਇੱਟ ਹੈ ਉਹਦੇ ਨਾਲ ਇਹ ਬਣਾਈ ਹੋਈ ਆ। ਹੁਣ ਆਪਾਂ ਇੱਧਰ ਨੂੰ ਚੱਲਦੇ ਆ। ਇਸ ਸਾਈਡ ਵੀ ਇੱਕ ਓਪਨਿੰਗ ਹੈ ਹਵੇਲੀ ਦੀ, ਇੱਧਰੋਂ ਵੀ ਐਂਟਰੀ ਹੋ ਸਕਦੀ ਆ। ਤੇ ਇਸ ਸਾਈਡ ਨੂੰ ਕੀ ਹੈ, ਇਸ ਸਾਈਡ ਵੀ ਓਪਨਿੰਗ ਹੀ ਆ। ਹਵੇਲੀ ਨੂੰ ਨਾ ਹਵਾਦਾਰ ਬਹੁਤ ਜ਼ਿਆਦਾ ਰੱਖਿਆ ਹੋਇਆ ਆ ਤੇ ਇਸ ਨੂੰ ਖੁੱਲਾ ਜਿਹਾ ਰੱਖਿਆ ਵੀ ਤੁਸੀਂ ਕਿਸੇ ਵੀ ਸਾਈਡ ਤੋਂ ਐਂਟਰੀਆਂ ਇਹਦੀਆਂ ਕਰ ਸਕਦੇ ਹੋ। ਤੇ ਨਾਲ ਹੀ ਸਪੈਸ਼ਲ ਮੇਰੀ ਰਾਈਟ ਸਾਈਡ ਤੇ ਤੁਸੀਂ ਦੇਖੋਗੇ ਤਾਂ ਇਸ ਸਾਈਡ ਸਰਵੈਂਟ ਰੂਮ ਬਣਾਇਆ ਹੋਇਆ ਆ, ਸਰਵੈਂਟਸ ਦੇ ਰਹਿਣ ਦੇ ਲਈ। ਸਰਵੈਂਟ, ਤੁਸੀਂ ਹੁਣ ਸੋਚਦੇ ਹੋਵੋਗੇ ਵੀ ਉਹਨਾਂ ਕੋਲ ਵੀ ਸਰਵੈਂਟ ਸੀਗੇ। ਮੈਂ ਥੋੜ੍ਹਾ ਜਿਹਾ ਟੋਡਰਮਲ ਜੀ ਬਾਰੇ ਤੁਹਾਨੂੰ ਹੋਰ ਦੱਸਦੀ ਹਾਂ। ਆਹ ਦੇਖੋ, ਤੁਸੀਂ ਦੇਖ ਵੀ ਸਕਦੇ ਹੋ ਉੱਪਰ ਲਿਖਿਆ ਹੋਇਆ ਸਰਵੈਂਟ ਰੂਮ, ਹੈ ਨਾ। ਟੋਡਰਮਲ ਜੀ ਜੋਬ ਤਾਂ ਮੁਗਲਾਂ ਦੇ ਕਰਦੇ ਸੀਗੇ, ਹੈ ਨਾ, ਪਰ ਉਹਨਾਂ ਦਾ ਸਿੱਖ ਇਤਿਹਾਸ ਦੇ ਨਾਲ ਕਾਫੀ ਜ਼ਿਆਦਾ ਪਿਆਰ ਵੀ ਸੀਗਾ ਤੇ ਉਸ ਟਾਈਮ ਦੇ ਬਹੁਤ ਹੀ ਰਿਚ ਪਰਸਨ ਮੰਨੇ ਜਾਂਦੇ ਸੀ। ਅੱਜ ਦੀ ਡੇਟ ਦੇ ਵਿੱਚ ਅਸੀਂ ਜੇ ਕੈਲਕੂਲੇਸ਼ਨਸ ਥੋੜ੍ਹੀਆਂ ਜਿਹੀਆਂ ਕਰੀਏ
ਤਾਂ ਉਹ ਜਿੱਥੇ ਜੌਬ ਕਰਦੇ ਸੀਗੇ ਉਹਨਾਂ ਨੂੰ 50 ਲੱਖ ਰੁਪਏ ਸਾਲ ਦੀ ਸੈਲਰੀ ਮਿਲਦੀ ਸੀ। ਅੱਜ ਤਾਂ ਚਲੋ 50 ਲੱਖ ਜ਼ਿਆਦਾ ਹੈਗੇ ਆ, ਲੇਕਿਨ ਉਸ ਟਾਈਮ ਤੇ ਕਿੰਨੇ ਆਈ ਥਿੰਕ 250-300 ਸਾਲ ਪੁਰਾਣਾ ਇਤਿਹਾਸ ਹੈ ਇਹ, ਹੈ ਨਾ। ਤੇ ਉਸ ਟਾਈਮ ਤੇ ਉਹ ਸਾਲ ਦੇ 50 ਲੱਖ ਰੁਪਏ ਕਮਾਉਂਦੇ ਸੀਗੇ। ਉਹਨਾਂ ਨੇ ਆਪਣੀ ਸਾਰੀ ਪੂੰਜੀ ਜੋੜ ਕੇ ਇਹ ਆਲੀਸ਼ਾਨ ਹਵੇਲੀ ਬਣਾਈ ਸੀ ਜਿੱਥੇ ਉਹ ਰਹਿੰਦੇ ਸੀਗੇ। ਪਰ ਜਦੋਂ ਉਹਨਾਂ ਨੂੰ ਦੇਖਿਆ, ਉਹਨਾਂ ਨੇ ਦੇਖਿਆ ਕਿ ਲੋੜ ਹੈਗੀ ਆ ਹੁਣ, ਹੈ ਨਾ, ਪੈਸਿਆਂ ਦੀ। ਉਹਨਾਂ ਨੇ ਜ਼ਮੀਨ ਉਹ ਖਰੀਦ ਲਈ, ਆਪਣੀ ਜਿੰਨੀ ਵੀ ਪੂੰਜੀ ਸੀਗੀ ਉੱਥੇ ਸਾਰੀ ਪੂੰਜੀ ਲਾ ਦਿੱਤੀ। ਤੇ ਉਸ ਤੋਂ ਬਾਅਦ ਮੁਗਲਾਂ ਨੇ ਉਹਨਾਂ ਨੂੰ ਦੇਖਿਆ ਨਹੀਂ ਫਿਰ ਵੀ, ਹੈ ਨਾ। ਇਹ ਨਹੀਂ ਸੋਚਿਆ ਵੀ ਸਾਡੇ ਕੋਲ ਜੌਬ ਕਰਦੇ ਸੀਗੇ ਜਾਂ ਸਾਡੇ ਨਾਲ ਵੀ ਇਹਨਾਂ ਦਾ ਇੱਕ ਪਿਆਰ ਹੈਗਾ ਆ। ਉਸ ਤੋਂ ਬਾਅਦ ਉਹ ਇਹ ਹਵੇਲੀ ਛੱਡ ਕੇ ਇਹ ਵੀ ਹੁਣ ਪ੍ਰੋਪਰ ਨਹੀਂ ਪਤਾ ਵੀ ਉਹ ਮਾਛੀਵਾੜੇ ਗਏ ਸੀਗੇ। ਕੋਈ ਕਹਿੰਦੇ ਆ ਵੀ ਮਾਛੀਵਾੜੇ ਗਏ ਆ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਅੱਗੇ ਦੀਆਂ ਪੀੜ੍ਹੀਆਂ ਆ ਉਹ ਮਾਛੀਵਾੜੇ ਦੇ ਵਿੱਚ ਵੱਸਦੀਆਂ ਆ। ਤੇ ਕੋਈ ਕਹਿੰਦਾ ਵੀ ਮਾਛੀਵਾੜੇ ਚਲਾ ਗਿਆ ਸੀ, ਤੇ ਕੋਈ ਕਹਿੰਦੇ ਆ ਵੀ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ। ਹੁਣ ਇਹ ਤਾਂ ਕਿਸੇ ਵੀ ਇਤਿਹਾਸ ਦੇ ਵਿੱਚ ਜਾਂ ਕਿਸੇ ਵੀ ਬੁੱਕ ਦੇ ਵਿੱਚ ਨਹੀਂ ਲਿਖਿਆ ਹੋਇਆ, ਇਹ ਸੁਣੀਆਂ ਸੁਣਾਈਆਂ ਗੱਲਾਂ ਹੈ। ਸੋ ਇਹਦੇ ਤੇ ਆਪਾਂ ਪ੍ਰੋਪਰ ਨਹੀਂ ਕਹਾਂਗੇ ਵੀ ਇਹ ਸੱਚ ਹੈ। ਇਹ ਤਾਂ ਹੁਣ ਰੱਬ ਹੀ ਜਾਣਦਾ ਕੀ ਸੱਚ ਸੀ। ਜਿੰਨਾ ਵੀ ਮੈਂ ਤੁਹਾਨੂੰ ਅੰਦਰ ਦਿਖਾ ਚੁੱਕੀ ਹਾਂ ਉਹਦਾ ਇਹ ਬਾਹਰਲਾ ਹਿੱਸਾ ਆ, ਔਰ ਇਸ ਹਵੇਲੀ ਨੂੰ ਪ੍ਰੋਪਰ 4 ਦੀਵਾਰੀ ਕੀਤੀ ਗਈ ਹੈ। ਤੁਸੀਂ ਮੇਰੇ ਇਸ ਸਾਈਡ ਦੇਖੋਗੇ ਤਾਂ ਪ੍ਰੋਪਰ 4 ਦੀਵਾਰੀ ਹੋਈ ਹੈ। ਸਾਰੀ ਹਵੇਲੀ ਦੇ ਆਲੇ ਦੁਆਲੇ ਹੈਗੀ ਹੈ, ਔਰ ਇਹਦੇ ਨਾ ਸਾਈਡਾਂ ਤੇ ਵੀ ਖੁਦਾਈ ਹੋਈ ਹੈ। ਸ਼ਾਇਦ ਇਹ ਪੁਰਾਤਨ ਵਿਭਾਗ ਵਾਲਿਆਂ ਨੇ ਕੀਤੀ ਹੋਗੀ ਵੀ ਜਿਹੜੀਆਂ ਇਹਦੀਆਂ ਨੀਹਾਂ ਹੈ ਇਹਨਾਂ ਨੂੰ ਪੱਕਾ ਕਰਨ ਦੇ ਵਿੱਚ, ਤਾਂ ਕਿ ਇਹ ਟੁੱਟ ਨਾ ਸਕਣ। ਹਵੇਲੀ ਦੀ ਫਰੰਟ ਸਾਈਡ ਤੇ ਆ ਚੁੱਕੇ ਹਾਂ, ਔਰ ਇੱਥੇ ਇੱਕ ਪਵਿੱਤਰ ਸਥਾਨ ਟਾਈਪ ਬਣਾਇਆ ਹੋਇਆ ਆ ਜਿੱਥੇ ਅੰਦਰ ਆਉਣ ਦੇ ਲਈ ਸ਼ੂਜ਼ ਰਿਮੂਵ ਕਰਨੇ ਪੈਂਦੇ ਆ ਤੁਹਾਨੂੰ, ਔਰ ਸਿਰ ਢੱਕ ਕੇ ਹੀ ਅੰਦਰ ਆਉਣਾ ਹੈ। ਪਰ ਉਹਨਾਂ ਨੇ ਇਹ ਵੀ ਲਿਖਿਆ ਹੋਇਆ ਵੀ ਮੱਥਾ ਨਹੀਂ ਟੇਕਣਾ ਇੱਥੇ, ਪਰ ਵੈਸੇ ਇੱਕ ਕਹਿ ਲਓ ਵੀ ਸਾਫ਼ ਸੁਥਰੇ ਤਰੀਕੇ ਦੇ ਨਾਲ ਅੰਦਰ ਆਓ ਤੇ ਇਸ ਚੀਜ਼ ਨੂੰ ਦੇਖ ਸਕਦੇ ਹੋ ਤੁਸੀਂ। ਇਹ ਵੀ ਸ਼ਾਇਦ ਆਈ ਥਿੰਕ ਹਾਲ ਹੈ ਇਹ ਇਸ ਹਵੇਲੀ ਦਾ। ਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਂਗੀ, ਤੁਸੀਂ ਮੇਰੇ ਇਸ ਸਾਈਡ ਤੇ ਦੇਖੋਗੇ ਆਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ। ਇਹ ਕਾਫੀ ਟਾਈਮ ਪਹਿਲਾਂ ਇੱਕ ਬੀਬੀ ਜੀ ਸੀਗੇ ਜਿਹੜੇ ਬਾਹਰੋਂ ਆਏ ਸੀਗੇ, ਉਹਨਾਂ ਨੇ ਇਹ ਸੇਵਾ ਕਰਾਈ ਸੀ ਕਿਉਂਕਿ ਇੱਥੇ ਕ੍ਰੈਕ ਪੈਣੇ ਸਟਾਰਟ ਹੋ ਚੁੱਕੇ ਸੀਗੇ ਔਰ ਇੱਥੋਂ ਟੁੱਟਣਾ ਸ਼ੁਰੂ ਹੋ ਗਿਆ ਸੀ। ਔਰ ਤੁਸੀਂ ਜੇ ਇਸ ਸਾਈਡ ਦੇਖੋਗੇ ਉੱਪਰ ਵਾਲੀ ਸਾਈਡ ਤਾਂ ਉੱਥੇ ਵੀ ਬਰੀਕ ਬਰੀਕ ਲੋਹੇ ਦੀਆਂ ਜਿੱਦਾਂ ਆਪਾਂ ਪਿੰਨਸ ਹੁੰਦੀਆਂ ਨਾ ਉਹ ਲੱਗੀਆਂ ਹੋਈਆਂ ਆ। ਉਹ ਇਸ ਕਰਕੇ ਲਾਈਆਂ ਗਈਆਂ ਕਿਉਂਕਿ ਜਿੱਥੇ ਜਿੱਥੇ ਤਰੇੜਾਂ ਆਈਆਂ ਉੱਥੋਂ ਟੁੱਟਣੀ ਸ਼ੁਰੂ ਹੋ ਗਈ ਸੀ, ਇਸ ਨੂੰ ਪ੍ਰੀਜ਼ਰਵ ਕਰਕੇ ਰੱਖਿਆ ਜਾ ਸਕੇ। ਉਹ ਬੀਬੀ ਜੀ ਦੀ ਇਹ ਦਿਲੋਂ ਤਮੰਨਾ ਸੀਗੀ ਵੀ ਇਸ ਹਵੇਲੀ ਨੂੰ ਪ੍ਰੀਜ਼ਰਵ ਕਰਕੇ ਰੱਖਿਆ ਜਾਵੇ, ਤਾਂ ਕਰਕੇ ਉਹਨਾਂ ਨੇ ਉਸ ਟਾਈਮ ਤੇ ਇਹ ਕੰਮ ਸਟਾਰਟ ਕਰਵਾਇਆ ਸੀ। ਲੇਕਿਨ ਰੱਬ ਦੀ ਕੁਛ ਹੋਰ ਹੀ ਮਰਜ਼ੀ ਸੀਗੀ, ਉਹ ਪੂਰਾ ਨਾ ਕਰਵਾ ਸਕੇ ਤੇ ਪਹਿਲਾਂ ਹੀ ਉਹ ਅਕਾਲ ਚਲਾਣਾ ਕਰ ਗਏ। ਤੇ ਆਪਾਂ ਅੰਦਰ ਵਾਲੀ ਸਾਈਡ ਚੱਲਦੇ ਹਾਂ। ਇਸ ਸਾਈਡ ਇੱਕ ਪਾਸੇ ਬੈਕ ਸਾਈਡ ਤੇ ਸ਼ਾਇਦ ਇੱਥੇ ਧੂਫ ਬੱਤੀ ਵਗੈਰਾ ਕੀਤੀ ਜਾਂਦੀ ਹੈ।
ਕੋਈ ਹੋਊਗਾ ਇੱਥੇ ਦੇ ਜਿਹੜੇ ਪੁਰਾਣੇ ਲੋਕ ਹੋਣਗੇ, ਸ਼ਾਇਦ ਉਹ ਇਸ ਚੀਜ਼ ਨੂੰ ਸੰਭਾਲ ਕੇ ਰੱਖਦੇ ਆ, ਇੱਥੇ ਮੱਥਾ ਟੇਕਦੇ ਆ। ਔਰ ਤੁਸੀਂ ਉੱਪਰ ਦੇਖ ਸਕਦੇ ਹੋ ਸਾਰੀਆਂ ਤਰੇੜਾਂ ਆ ਚੁੱਕੀਆਂ ਹੈ, ਪਰ ਉਹਨਾਂ ਤਰੇੜਾਂ ਨੂੰ ਰੋਕਣ ਦੇ ਵਾਸਤੇ ਲੋਹੇ ਦੇ ਐਂਪ ਟਾਈਪ ਜੇ ਲਗਾ ਦਿੱਤੇ ਹੈ। ਔਰ ਇਸ ਪਾਸੇ ਤੁਸੀਂ ਦੇਖੋਗੇ, ਤੁਸੀਂ ਫਰਸਟ ਵਾਲੀ ਜਿਹੜੀ ਤਸਵੀਰ ਹੈ ਉਸ 'ਚ ਤੁਸੀਂ ਦੇਖ ਸਕਦੇ ਹੋ ਜਿਹੜੀ ਓਰੀਜਨਲ ਹਵੇਲੀ ਸੀਗੀ ਉਹ ਕੁਝ ਇਸ ਤਰ੍ਹਾਂ ਦੀ ਦਿਖਦੀ ਸੀ, ਬਹੁਤ ਵੱਡੀ ਸੀਗੀ। ਹੁਣ ਤਾਂ ਕੁਝ ਕੁ ਪਾਰਟ ਹੀ ਰਹਿ ਚੁੱਕਿਆ ਆ। ਨਾਲ ਹੀ ਤੁਸੀਂ ਦੇਖ ਸਕਦੇ ਹੋ ਜਿਹੜੀ ਮੌਜੂਦਾ ਹਵੇਲੀ ਹੈ, ਪ੍ਰੈਜ਼ੈਂਟ ਵਿਊ ਆ। ਤੇ ਆਹ ਜਿਹੜੀ ਆ ਇਹ ਉਹ ਤਸਵੀਰ ਆ ਜਿਹਦਾ ਵਰਕ ਹੁਣ ਚੱਲਦਾ ਪਿਆ ਆ। ਇਸ ਤਰੀਕੇ ਦੇ ਨਾਲ ਇਹ ਦੁਬਾਰਾ ਬਣਾਉਣਗੇ। ਇਸ ਸਾਈਡ ਤੇ ਇੱਕ ਵਿਊ ਦਿੱਤਾ ਹੋਇਆ ਹੈ ਬੇਸਮੈਂਟ ਦੇ, ਇੱਧਰ ਦੱਸਿਆ ਹੋਇਆ ਫਰਸਟ, ਸੈਕਿੰਡ ਔਰ ਥਰਡ ਔਰ ਫੋਰਥ ਮੰਜ਼ਿਲ। ਸੌਰੀ, ਮੈਂ ਤੁਹਾਨੂੰ ਪਹਿਲਾਂ ਸ਼ਾਇਦ ਇਹ ਕਹਿਤਾ ਸੀ ਵੀ 2 ਮੰਜ਼ਿਲਾਂ ਇਸ ਟਾਈਮ ਤੇ ਹੀ ਹੈ, ਲੇਕਿਨ ਇਹ ਹੁਣ ਜੋ ਬਣਾ ਰਹੇ ਆ ਉਹ 4 ਮੰਜ਼ਿਲ ਹੈ। ਨੀਚੇ ਕੁਝ ਲਿਖਿਆ ਹੋਇਆ ਹੈ, ਦਾਸ ਵੱਲੋਂ ਹੁਣ ਤੱਕ ਨਕਸ਼ਾ ਬਣਾਉਣ ਲਈ ਕੀਤੀ ਗਈ ਖੋਜ ਅਨੁਸਾਰ ਇਸ ਜਹਾਜ਼ ਹਵੇਲੀ ਵਿੱਚ ਕੁੱਲ 36 ਛੋਟੇ ਕਮਰੇ, ਛੋਟੇ ਤੇ ਵੱਡੇ ਕਮਰੇ ਹਨ, ਜਿਨ੍ਹਾਂ ਵਿੱਚੋਂ ਤਹਿਖਾਨੇ ਅੰਦਰ 12 ਕਮਰੇ, ਪਹਿਲੀ ਮੰਜ਼ਿਲ ਦੇ ਅੰਦਰ 10 ਕਮਰੇ ਨਾਲ 2 ਹਾਲ ਕਮਰੇ ਜਿੱਥੇ ਕਿ ਆਪਾਂ ਖੜੇ ਆ, ਦੂਜੀ ਮੰਜ਼ਿਲ ਤੇ 1 ਹਾਲ ਤੇ 2 ਕਮਰੇ, ਤੀਸਰੀ ਮੰਜ਼ਿਲ ਤੇ 1 ਵੱਡਾ ਕਮਰਾ, ਚੌਥੀ ਮੰਜ਼ਿਲ ਗੁੰਬਦ ਵੀ 1 ਕਮਰਾ ਸਾਹਮਣੇ ਆਇਆ ਹੈ। ਇਹ ਜਹਾਜ਼ ਹਵੇਲੀ ਅੰਦਰ ਕੁੱਲ 27 ਕਮਰਿਆਂ ਨਾਲ 3 ਹਾਲ ਕਮਰੇ, 2 ਗੁਸਲਖਾਨੇ, 2 ਰਸੋਈ ਦੇ ਕਮਰੇ, 1 ਰਸੋਈ ਦਾ ਸਟੋਰ, 1 ਨੌਕਰਾਂ ਲਈ ਕਮਰਾ ਮਿਲਾ ਕੇ ਕੁੱਲ 36 ਕਮਰੇ ਦੀ ਵਿਸ਼ਾਲ ਮਹਿਲਨੁਮਾ ਹਵੇਲੀ ਬਣਦੀ ਹੈ, ਜਿਸ ਵਿੱਚ 1 ਨਹਾਉਣ ਵਾਲਾ ਤਲਾਅ ਅਤੇ ਫੁਹਾਰਾ ਵੀ ਬਣਿਆ ਹੋਇਆ ਹੈ। ਇਸ ਦੀਆਂ ਵਿਚਕਾਰੋਂ ਕੁੱਲ 5 ਮੰਜ਼ਿਲਾਂ ਹਨ ਅਤੇ ਸਾਹਮਣੇ 2 ਮੰਜ਼ਲੀ ਜਹਾਜ਼ ਤੇ ਡੈਕ ਵਰਗੀ ਦਿੱਖ ਸੀ ਅਤੇ ਪਿੱਛੋਂ 1 ਮੰਜ਼ਲੀ ਰਸੋਈ ਦੀ ਸੀ, ਜਿਸ ਦੀਆਂ ਚਿਮਨੀਆਂ ਵਿੱਚੋਂ ਜਦੋਂ ਚੁੱਲ੍ਹਿਆਂ ਦਾ ਧੂੰਆਂ ਬਾਹਰ ਨਿਕਲਦਾ ਸੀ ਤਾਂ ਇਹ ਚੱਲਦੇ ਹੋਏ ਸਮੁੰਦਰੀ ਜਹਾਜ਼ ਵਰਗੀ ਪ੍ਰਤੀਤ ਹੁੰਦੀ ਸੀ। ਜਿਸ ਤਰ੍ਹਾਂ ਸਮੁੰਦਰੀ ਜਹਾਜ਼ ਪਾਣੀ ਵਿੱਚ ਥੋੜਾ ਡੁੱਬ ਕੇ ਚੱਲਦਾ ਹੈ, ਉਸੇ ਤਰ੍ਹਾਂ ਹੀ ਇਸ ਹਵੇਲੀ ਦਾ ਤਹਿਖਾਨਾ ਅੱਧਾ ਜ਼ਮੀਨ ਅੰਦਰ ਧਸਿਆ ਹੋਇਆ ਬਣਾਇਆ ਗਿਆ ਸੀ। ਇਸ ਕਰਕੇ ਇਸ ਦਾ ਨਾਮ ਜਹਾਜ਼ੀ ਹਵੇਲੀ ਰੱਖਿਆ ਗਿਆ। ਉੱਪਰ ਦਿਖਾਇਆ ਗਿਆ ਨਕਸ਼ਾ ਆਰਜ਼ੀ ਹੈ, ਅਜੇ ਇਸ ਦੀ ਖੁਦਾਈ ਅਤੇ ਖੋਜ ਦਾ ਕੰਮ ਜਾਰੀ ਹੈ, ਜੋ ਪੂਰਾ ਹੋਣ ਉਪਰੰਤ ਅਸਲੀ ਨਕਸ਼ਾ ਤਿਆਰ ਕਰਕੇ ਸੰਗਤਾਂ ਸਾਹਮਣੇ ਰੱਖਿਆ ਜਾਵੇਗਾ। ਸੋ ਤੁਸੀਂ ਦੇਖ ਸਕਦੇ ਹੋ ਵੀ ਇਹ ਕਿੱਡੀ ਵੱਡੀ ਹਵੇਲੀ ਹੈ, ਤਹਿਖਾਨੇ ਹੈ, ਪਾਣੀ ਹੈ। ਇਹਨੂੰ ਜਹਾਜ਼ ਦਾ ਨਾਮ ਕਿਉਂ ਦਿੱਤਾ ਗਿਆ ਇਹ ਵੀ ਤੁਹਾਨੂੰ ਇਸ ਦੇ ਵਿੱਚ ਸਪਸ਼ਟ ਕਰ ਦਿੱਤਾ ਗਿਆ ਹੈ। ਇਸ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਜ਼ਿਆਦਾ ਪਤਲੀਆਂ ਇੱਟਾਂ ਹੈ ਜਿਨ੍ਹਾਂ ਦੇ ਨਾਲ ਇਹ ਪੂਰੀ ਹਵੇਲੀ ਬਣੀ ਹੋਈ ਹੈ। ਸਾਰੀ ਹਵੇਲੀ ਦੇ ਵਿੱਚ ਇਸੇ ਤਰ੍ਹਾਂ ਦੀਆਂ ਇੱਟਾਂ ਲੱਗੀਆਂ। ਔਰ ਤੁਸੀਂ ਇਹ ਨੀਚੇ ਵਾਲੇ ਸਾਈਡ ਦੇਖ ਸਕਦੇ ਹੋ, ਇਹ ਤਹਿਖਾਨੇ ਦੇ ਰੌਸ਼ਨਦਾਨ ਬਣਾਏ ਹੋਏ ਹੈ। ਇਸ ਸਾਈਡ ਵੀ ਹੈ, ਸਾਰੇ ਪਾਸੇ ਤਹਿਖਾਨੇ ਦੇ ਰੌਸ਼ਨਦਾਨ ਹੈ। ਸ਼ਾਇਦ ਨੀਚੇ ਹਲੇ ਮਿੱਟੀ ਭਰੀ ਹੋਈ ਹੈ, ਇਹਦੀ ਹੌਲੀ ਹੌਲੀ ਖੁਦਾਈ ਚੱਲਦੀ ਪਈ ਹੈ। ਜਦੋਂ ਪ੍ਰੋਪਰ ਖੁਦਾਈ ਹੋ ਜਾਊਗੀ ਫਿਰ ਪ੍ਰੋਪਰ ਪਤਾ ਲੱਗੂਗਾ ਵੀ ਤਹਿਖਾਨੇ ਦੇ ਵਿੱਚ ਕੀ ਹੈ, ਜਾਂ ਤਹਿਖਾਨੇ ਦੇ ਵਿੱਚ ਕੀ ਕੁਝ ਦੱਬਿਆ ਹੋਇਆ ਆ, ਜਾਂ ਕੀ ਚੀਜ਼ਾਂ ਅੰਦਰ ਬਣੀਆਂ ਹੋਈਆਂ, ਕਿਸ ਤਰ੍ਹਾਂ ਦੀਆਂ ਬਣੀਆਂ ਹੋਈਆਂ। ਇਸ ਸਾਈਡ ਦੇ ਉੱਤੇ ਪੁਰਾਣਾ ਪਲਸਤਰ ਦਿਖਾਇਆ ਗਿਆ ਆ। ਪਤਾ ਨਹੀਂ ਹੁਣ ਇਹ ਸ਼ਾਇਦ ਗਾਰੇ ਦਾ ਬਣਿਆ ਹੋਇਆ ਹੈ, ਗਾਰੇ ਦੇ ਨਾਲ ਪੂਰਾ ਪਲਸਤਰ ਹੋਇਆ। ਤੁਸੀਂ ਮੇਰੇ ਰਾਈਟ ਸਾਈਡ ਤੇ ਦੇਖ ਸਕਦੇ ਹੋ ਇੱਕ ਸਵਿਮਿੰਗ ਪੂਲ ਜਾਂ ਫੁਹਾਰਾ, 2 ਚੀਜ਼ਾਂ ਲਿਖੀਆਂ ਹੋਈਆਂ। ਜਿੱਦਾਂ ਹੁਣ ਆਪਾਂ ਘਰਾਂ ਦੇ ਵਿੱਚ ਸਵਿਮਿੰਗ ਪੂਲ ਬਣਾਉਂਦੇ ਹਾਂ ਤਾਂ ਉਸ ਟਾਈਮ ਹੀ ਸਵਿਮਿੰਗ ਪੂਲ ਬਣਾਇਆ ਹੋਇਆ ਹੈ ਇਹਦੇ ਵਿੱਚ, ਔਰ ਕਾਫੀ ਡੂੰਘਾ ਹੈ। ਔਰ ਇੱਥੇ ਸ਼ਾਇਦ ਸੈਂਟਰ ਦੇ ਵਿੱਚ ਫੁਹਾਰਾ ਲੱਗਿਆ ਹੋ ਸਕਦਾ ਹੈ। ਤੁਸੀਂ ਮੇਰੇ ਇਸ ਸਾਈਡ ਦੇਖ ਸਕਦੇ ਹੋ ਤਹਿਖਾਨੇ ਦੀਆਂ ਪੌੜੀਆਂ ਬਣਾਈਆਂ ਹੋਈਆਂ। ਇਸ ਸਾਈਡ ਤੋਂ ਨੀਚੇ ਤਹਿਖਾਨੇ 'ਚ ਜਾਂਦੇ ਸੀ, ਔਰ ਨਾਲ ਹੀ ਨਾਲ ਇਹ ਜਿਹੜਾ ਨੀਚੇ ਫਰਸ਼ ਬਣਿਆ ਹੋਇਆ ਉਹ ਚੂਨੇ ਅਤੇ ਇੱਟਾਂ ਦਾ ਬਣਿਆ ਹੋਇਆ ਪੁਰਾਣਾ ਫਰਸ਼ ਹੈ। ਮਤਲਬ ਉਸ ਟਾਈਮ ਦਾ ਜਦੋਂ ਦੀ ਇਹ ਹਵੇਲੀ ਬਣੀ ਹੈ, ਇਹਦੇ ਨਾਲ ਕੋਈ ਵੀ ਛੇੜਛਾੜ ਨਹੀਂ ਹੋਈ। ਉਸ ਟਾਈਮ ਦੇ ਨਾ ਮੈਨੂੰ ਮਤਲਬ ਜਦੋਂ ਮੈਂ ਦੇਖਦੀ ਹਾਂ ਨਾ ਇਹ ਚੀਜ਼ ਬਹੁਤ ਫੀਲ ਹੁੰਦੀ ਹੈ ਵੀ ਤੁਸੀਂ ਦੇਖੋ ਹੈ ਨਾ ਉਸ ਟਾਈਮ ਤੇ ਕਿੰਨੀ ਮਜ਼ਬੂਤੀ ਦੇ ਨਾਲ ਕੰਮ ਹੁੰਦਾ ਸੀਗਾ। ਉਸ ਟਾਈਮ ਤੇ ਤਾਂ ਕੋਈ ਸੀਮੈਂਟ ਵਗੈਰਾ ਜਾਂ ਇੱਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ, ਚੂਨੇ ਤੇ ਇੱਟਾਂ ਦਾ ਹੀ ਫਰਸ਼ ਬਣਾਇਆ ਹੋਇਆ ਹੈ ਨਾ। ਪਰ ਇਸ ਹਵੇਲੀ ਦੇ ਵਿੱਚ ਆ ਕੇ ਇੱਕ ਚੀਜ਼ ਬਹੁਤ ਫੀਲ ਹੁੰਦੀ ਆ ਵੀ ਬਹੁਤ ਜ਼ਿਆਦਾ ਸ਼ਾਂਤੀ ਤੇ ਪੋਜ਼ਿਟਿਵਿਟੀ ਆ। ਕੋਈ ਹੀ ਜਗ੍ਹਾ ਹੁੰਦੀ ਆ ਜਿੱਥੇ ਪੋਜ਼ਿਟਿਵਿਟੀ ਇੰਨੀ ਜ਼ਿਆਦਾ ਮਿਲਦੀ ਹੈ। ਤੇ ਆਪਾਂ ਥੋੜ੍ਹਾ ਜਿਹਾ ਅੱਗੇ ਆਈਏ ਤਾਂ ਇਸ ਸਾਈਡ ਦੇ ਉੱਤੇ
ਛੱਤ ਤੇ ਜਾਣ ਦੇ ਲਈ ਪੌੜੀਆਂ ਆ, ਤੁਸੀਂ ਦੇਖ ਸਕਦੇ ਹੋ ਇਹ ਪੌੜੀਆਂ ਬਣੀਆਂ ਹੋਈਆਂ ਇਸ ਸਾਈਡ ਤੇ, ਪਰ ਇਹ ਹੁਣ ਟੁੱਟ ਚੁੱਕੀਆਂ ਆ। ਇਹ ਚੁਬਾਰਾ ਜਿਹਦਾ ਪੁਰਾਣੇ ਟਾਈਮ ਦੇ ਵਿੱਚ ਬਣਿਆ ਹੁੰਦਾ ਸੀ ਨਾ, ਉੱਪਰ ਨੂੰ ਜਾਣ ਵਾਸਤੇ ਸ਼ਾਇਦ ਇਸ ਸਾਈਡ ਤੋਂ ਜਾਂਦੀਆਂ ਹੋਈਆਂ ਪੌੜੀਆਂ ਸੀ ਇੱਥੇ। ਇਹ ਸੀ ਪੂਰੀ ਹਵੇਲੀ, ਤੁਹਾਨੂੰ ਸਾਰਾ ਕੁਝ ਅਸੀਂ ਦੱਸ ਚੁੱਕੇ ਹਾਂ ਵੀ ਇੱਥੇ ਕੀ ਬਣਿਆ ਹੋਇਆ ਹੈ ਜਾਂ ਅੱਗੇ ਜਾ ਕੇ ਕੀ ਬਣਾਉਣਾ ਚਾਹੁੰਦੇ ਆ। ਸੋ ਮੈਂ ਇਸ ਹਵੇਲੀ ਦੀ ਤੁਹਾਨੂੰ ਲੋਕੇਸ਼ਨ ਵੀ ਦੱਸ ਦਿੰਦੀ ਹਾਂ। ਫਤਿਹਗੜ੍ਹ ਸਾਹਿਬ ਗੁਰਦੁਆਰਾ ਦੇ ਬਿਲਕੁਲ ਨੇੜੇ ਆ। ਆਈ ਥਿੰਕ ਤੋਂ 1-1.5 ਕਿਲੋਮੀਟਰ ਦਾ ਹੀ ਰਸਤਾ ਆ। ਬੱਸੀ ਪਠਾਣਾ ਦੇ ਨੇੜੇ ਤੇੜੇ ਇਹ ਪੈ ਜਾਂਦੀ ਹੈ। ਤੁਸੀਂ ਕਿਸੇ ਨੂੰ ਵੀ ਆ ਕੇ ਪੁੱਛ ਸਕਦੇ ਹੋ ਵੀ ਦੀਵਾਨ ਟੋਡਰ ਮਲ ਜੀ ਦੀ ਹਵੇਲੀ ਦੇਖਣ ਜਾਣਾ ਹੈ, ਤੁਹਾਨੂੰ ਸਾਰੇ ਜਾਣੇ ਰਸਤਾ ਦੱਸ ਦੇਣਗੇ। ਔਰ ਨਾਲ ਹੀ ਨਾਲ ਜੇ ਤੁਸੀਂ ਇਹਨੂੰ ਜਹਾਜ਼ ਹਵੇਲੀ ਲਿਖ ਕੇ ਗੂਗਲ ਤੇ ਵੀ ਸਰਚ ਕਰੋਗੇ ਤਾਂ ਤੁਹਾਨੂੰ ਲੋਕੇਸ਼ਨ ਆ ਜਾਊਗੀ। ਔਰ ਇਹ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਸੀਗੀ ਆਪਣੇ ਆਪ ਨੂੰ ਵੀ ਪੁਰਾਣੇ ਵਿਰਸੇ ਦੇ ਨਾਲ ਜੋੜਨ ਦੇ ਲਈ, ਇੱਕ ਨੌਲੇਜ ਲੈਣ ਦੀ, ਔਰ ਤੁਹਾਡੇ ਸਾਰਿਆਂ ਦੇ ਲਈ ਵਲੌਗ ਵੀ ਅਸੀਂ ਇਸੇ ਕਰਕੇ ਲੈ ਕੇ ਆਏ ਆ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਚੁੱਕੇ ਵੀ ਜਿਨ੍ਹਾਂ ਲੋਕਾਂ ਨੇ ਸਾਡੀ ਸਿੱਖੀ ਇਤਿਹਾਸ ਦੇ ਵਿੱਚ ਇੱਕ ਹਿੱਸਾ ਪਾਇਆ ਆ, ਉਹਨਾਂ ਬਾਰੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਔਰ ਬੱਚਿਆਂ ਨੂੰ ਵੀ ਪਤਾ ਹੋਣਾ ਚਾਹੀਦਾ। ਸੋ ਜੇ ਇਹ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਔਰ ਅੱਗੇ ਵੀ ਇਹਨੂੰ ਸ਼ੇਅਰ ਕਰਿਓ ਤਾਂ ਕਿ ਸਾਰੇ ਲੋਕਾਂ ਨੂੰ ਆਪਣੀ ਹਿਸਟਰੀ ਦੇ ਬਾਰੇ ਪਤਾ ਚੱਲ ਸਕੇ। ਸੋ ਅੱਜ ਦਾ ਇਹ ਵਲੌਗ ਇੰਨਾ ਕੀ, ਫਿਰ ਦੁਬਾਰਾ ਨਵੇਂ ਵਲੌਗ ਦੇ ਨਾਲ ਮਿਲਾਂਗੇ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।